ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਪਰਮ ਸਨਮਾਨਿਓ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚੱਲ ਰਹੇ ਲੜੀਵਾਰ ਪ੍ਰਸੰਗ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਅਧਿਆਇ 59ਵੇਂ ਵਿੱਚ ਅੱਜ ਆਪਾਂ ਜਰਾਸੰਧ ਦਾ ਪ੍ਰਸੰਗ ਸਰਵਣ ਕਰਾਂਗੇ। ਆਓ ਬੜੇ ਪ੍ਰੇਮ ਨਾਲ ਇਹ ਪ੍ਰਸੰਗ ਸਰਵਣ ਕਰੀਏ। ਸਤਿਗੁਰੂ ਗੁਰੂ ਤੇਗ ਬਹਾਦਰ ਜੀ ਪਟਨੇ ਸ਼ਹਿਰ ਵਿੱਚ ਠਹਿਰੇ ਹੋਏ ਸਨ। ਉਹਨਾਂ ਨੇ ਇਹ ਵਿਚਾਰ ਕੀਤੀ ਕਿ ਇੱਥੇ ਸਾਹਿਬਜ਼ਾਦੇ ਦਾ ਜਨਮ ਹੋਵੇਗਾ। ਬਹੁਤ ਦੂਰ ਦੂਰ ਤੋਂ ਆ ਕੇ ਸੰਗਤਾਂ ਗੁਰੂ ਜੀ ਦੇ ਦਰਸ਼ਨ ਕਰਕੇ ਉਹਨਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਸਨ। ਫਿਰ ਸਾਰੀਆਂ ਸੰਗਤਾਂ ਨੇ ਰਲ ਕੇ ਇੱਕ ਸੁੰਦਰ ਘਰ ਗੁਰੂ ਜੀ ਦੇ ਨਿਵਾਸ ਵਾਸਤੇ ਤਿਆਰ ਕਰਵਾਇਆ। ਗੁਰੂ ਜੀ ਉੱਥੇ ਵਿਸ਼ਰਾਮ ਕਰਕੇ ਸਭ ਦੀਆਂ ਕਾਮਨਾਵਾਂ ਪੂਰੀਆਂ ਕਰਦੇ ਸਨ। ਸਤਿਗੁਰੂ ਜੀ ਦੀ ਬਹੁਤ ਸੰਗਤ ਇਕੱਠੀ ਹੁੰਦੀ ਸੀ ਅਤੇ ਦਰਸ਼ਨ ਕਰਕੇ ਬਹੁਤ ਪ੍ਰਸੰਨ ਹੁੰਦੀ ਸੀ। ਇੱਕ ਦਿਨ ਉਹਨਾਂ ਨੇ ਗੁਰੂ ਜੀ ਤੋਂ ਪੁੱਛਿਆ, ਇਸ ਸਥਾਨ ਦਾ ਕੌਣ ਵੱਡਾ ਰਾਜਾ ਹੋਇਆ ਹੈ ਜਿਹੜਾ ਇਹ ਸਾਰਾ ਸ਼ਹਿਰ ਵਸਾ ਕੇ ਵਿੱਚ ਵਿਰਾਜਿਆ ਹੈ? ਇਸ ਸੁੰਦਰ ਦੇਸ਼ 'ਤੇ ਜਿਸ ਨੇ ਰਾਜ ਕੀਤਾ ਹੈ, ਤੁਸੀਂ ਹਰ ਤਰ੍ਹਾਂ ਨਾਲ ਨਿਪੁੰਨ ਹੋ, ਉਸ ਰਾਜੇ ਦੀ ਸਾਰੀ ਕਥਾ ਸੁਣਾਓ। ਇਹ ਸੁਣ ਕੇ ਉਸ ਰਾਜੇ ਬਾਰੇ ਸਾਰਾ ਇਤਿਹਾਸ ਜਾਣਦੇ ਹੋਣ ਕਰਕੇ ਗੁਰੂ ਜੀ ਨੇ ਸਾਰੀ ਸੰਗਤ ਵਿੱਚ ਉਸ ਰਾਜੇ ਦੇ ਇਤਿਹਾਸ ਬਾਰੇ ਕਿਹਾ। ਇਸ ਦੇਸ਼ ਵਿੱਚ ਇੱਕ ਰਾਜਾ ਸੀ ਜਿਸ ਦਾ ਨਾਮ ਬ੍ਰਹਦਰਥ ਸੀ। 3 ਖੂਹਣੀਆਂ ਉਸ ਦੀ ਸੈਨਾ ਸੀ ਅਤੇ ਉਸ ਦੇ ਪਾਸ ਵੱਡੇ ਵੱਡੇ ਬਲਵਾਨ ਸੂਰਮੇ ਸੈਨਾਪਤੀ ਸਨ। ਇਹ ਪੁਰਾਣੀ ਕਥਾ ਕਵੀ ਜੀ ਸੁਣਾਉਂਦੇ ਹਨ, ਜਿਸ ਵਿੱਚ ਜਰਾਸੰਧ ਦੇ ਜਨਮ ਦਾ ਹਾਲ ਹੈ। ਇੰਦਰ ਵਾਂਗ ਉਹ ਮਹਾਨ ਬਲਵਾਨ ਸੂਰਬੀਰ ਸੀ ਅਤੇ ਸਰਬ ਪ੍ਰਕਾਰ ਉਸ ਦੇ ਪਾਸ ਧਨ ਦੌਲਤ ਅਤੇ ਸਾਜ਼ੋ ਸਮਾਨ ਸੀ। ਇਸ ਦੇਸ਼ ਦੀ ਉਹ ਰੱਖਿਆ ਕਰਦਾ ਸੀ ਅਤੇ ਹੋਰ ਸਾਰੇ ਰਾਜੇ ਉਸ ਦੀ ਈਨ ਮੰਨਦੇ ਸਨ। ਕਾਂਸ਼ੀ ਦੇ ਰਾਜੇ ਦੀਆਂ 2 ਲੜਕੀਆਂ ਸਨ। ਉਹਨਾਂ ਨੂੰ ਵਿਆਹ ਕੇ ਉਹ ਆਪਣੇ ਘਰ ਲਿਆਇਆ। ਵਿਆਹ ਨੂੰ ਬਹੁਤ ਲੰਮਾ ਸਮਾਂ ਬੀਤ ਗਿਆ, ਪਰ ਰਾਜੇ ਦੇ ਘਰ ਪੁੱਤਰ ਪੈਦਾ ਨਾ ਹੋਇਆ। ਉਸਨੇ ਦਸ਼ਣਾ ਸਹਿਤ ਬਹੁਤ ਯੱਗ ਕੀਤੇ ਅਤੇ ਰਾਜੇ ਨੇ ਹੋਰ ਵੀ ਬਹੁਤ ਉਪਾਅ ਕੀਤੇ, ਫਿਰ ਵੀ ਸੁਖਦਾਇਕ ਪੁੱਤਰ ਪੈਦਾ ਨਾ ਹੋਇਆ। ਰਾਜਾ ਬਹੁਤ ਫਿਕਰਮੰਦ ਹੋ ਕੇ ਪਛਤਾਉਂਦਾ ਸੀ। ਚੰਦਰਕ ਨਾਮ ਦਾ ਇੱਕ ਰਿਸ਼ੀ ਸੀ। ਉਸ ਰਿਸ਼ੀ ਦੇ ਰਾਜੇ ਨੇ ਆਪਣੇ ਕੰਨਾਂ ਨਾਲ ਬਹੁਤ ਗੁਣ ਸੁਣੇ। ਰਾਜਾ ਆਪਣੇ ਨਾਲ 2 ਰਾਣੀਆਂ ਲੈ ਕੇ ਉਸ ਰਿਸ਼ੀ ਦੀ ਸੇਵਾ ਕਰਨ ਲੱਗਾ। ਜਿਸ ਅੰਬ ਦੇ ਬ੍ਰਿਛ ਦੇ ਥੱਲੇ ਉਹ ਖੜ੍ਹੇ ਸਨ, ਉਸ ਅੰਬ ਦੇ ਥੱਲੇ ਉਹ ਰਿਸ਼ੀ ਤਪ ਕਰ ਰਿਹਾ ਸੀ। ਅਨੇਕ ਪ੍ਰਕਾਰ ਦੇ ਤਪ ਤਾਪ ਰਿਹਾ ਸੀ। ਹਿਰਦੇ ਵਿੱਚ ਸ਼੍ਰੀ ਪ੍ਰਭੂ ਜੀ ਦਾ ਜਾਪ ਕਰ ਰਿਹਾ ਸੀ। ਕਈ ਦਿਨ ਜਦ ਸੇਵਾ ਕੀਤੀ ਤਾਂ ਵਿਦਵਾਨ ਮੁਨੀ ਨੇ ਉਹਨਾਂ ਵੱਲ ਕਿਰਪਾ ਦ੍ਰਿਸ਼ਟੀ ਨਾਲ ਵੇਖਿਆ। ਫਿਰ ਉੱਥੇ ਅੰਬ ਦਾ ਇੱਕ ਫਲ ਰਾਜੇ ਨੂੰ ਦਿੱਤਾ ਅਤੇ ਕਿਹਾ, ਇੱਕ ਬਲਵਾਨ ਸੂਰਬੀਰ ਪੁੱਤਰ ਪੈਦਾ ਹੋਵੇਗਾ ਜਿਹੜਾ ਕਿਸੇ ਅੱਗੇ ਦੀਨ ਨਹੀਂ ਹੋਵੇਗਾ। ਬੁੱਧੀਵਾਨ ਰਾਜੇ ਨੇ ਉਹ ਫਲ ਲੈ ਕੇ ਰੱਖ ਲਿਆ ਅਤੇ ਬੰਦਨਾ ਕਰਕੇ ਆਪਣੇ ਘਰ ਨੂੰ ਚਲਾ ਗਿਆ। ਉਹ ਦੋਹਾਂ ਪਤਨੀਆਂ ਨੂੰ ਇੱਕੋ ਜਿਹੀਆਂ ਪਿਆਰੀਆਂ ਜਾਣਦਾ ਸੀ। ਉਹ ਫਲ ਕਿਸ ਨੂੰ ਦੇਵੇ, ਇਸ ਬਾਰੇ ਵਿਚਾਰ ਕਰਦਾ ਸੀ। ਫਲ ਦੇਣ ਨਾਲ ਇੱਕ ਦੁੱਖ ਪਾਵੇਗੀ ਅਤੇ ਇੱਕ ਪ੍ਰਸੰਨ ਹੋਵੇਗੀ। ਇਹ ਵਿਧੀ ਮੇਰੇ ਮਨ ਵਿੱਚ ਨਹੀਂ ਆਉਂਦੀ ਹੈ। ਗੁਣ ਅਤੇ ਸਰੂਪ ਵਿੱਚ ਦੋਵੇਂ ਸਮਾਨ ਹਨ। ਦੋਵੇਂ ਮੈਨੂੰ ਇੱਕੋ ਜਿਹੀ ਪ੍ਰੀਤ ਕਰਦੀਆਂ ਹਨ। ਬਹੁਤ ਦੇਰ ਤੱਕ ਆਪਣੇ ਮਨ ਵਿੱਚ ਸੋਚਦਾ ਰਿਹਾ। ਇੱਕ ਨੂੰ ਅੰਬ ਦੇਣ ਵਾਸਤੇ ਉਸਦਾ ਚਿੱਤ ਨਹੀਂ ਸੀ ਚਾਹੁੰਦਾ। ਉਸਨੇ ਫਲ 2 ਫਾੜ ਕਰ ਲਿਆ ਅਤੇ ਅੱਧਾ ਅੱਧਾ ਅੰਬ ਆਪਣੀਆਂ ਦੋਵੇਂ ਪਿਆਰੀਆਂ ਪਤਨੀਆਂ ਨੂੰ ਦੇ ਦਿੱਤਾ। ਪ੍ਰਸੰਨ ਹੋ ਕੇ ਦੋਵਾਂ ਨੇ ਫਲ ਲੈ ਲਿਆ। ਖਾਣ ਤੋਂ ਬਾਅਦ ਕਈਆਂ ਦਿਨਾਂ ਪਿੱਛੋਂ ਦੋਵਾਂ ਨੇ ਗਰਭ ਧਾਰਨ ਕਰ ਲਿਆ। ਰਾਜਾ ਵੇਖ ਕੇ ਮਨ ਵਿੱਚ ਬਹੁਤ ਪ੍ਰਸੰਨ ਹੋਇਆ। ਦੋਵਾਂ ਨੂੰ ਗਰਭਵਤੀ ਵੇਖ ਕੇ ਸੁਖ ਪਾਇਆ। ਜਦ ਗਰਭ ਦਾ ਸਮਾਂ ਪੂਰਾ ਹੋਇਆ ਤਾਂ ਨਵੀਂ ਪ੍ਰਕਾਰ ਦੇ 2 ਪੁੱਤਰਾਂ ਨੇ ਜਨਮ ਲਿਆ। ਦੋਵੇਂ ਅੱਧੇ ਅੱਧੇ ਸਰੀਰ ਵਾਲੇ ਪੈਦਾ ਹੋਏ ਅਤੇ ਇਸਤਰੀਆਂ ਵੇਖ ਕੇ ਬਹੁਤ ਹੈਰਾਨ ਹੋਈਆਂ। ਇਸ ਨੂੰ ਵੱਡਾ ਉਪੱਦਰ ਹੋਇਆ ਜਾਣਿਆ। ਦੋਵੇਂ ਇੱਕੋ ਤਰ੍ਹਾਂ ਇੱਕ ਸਰੀਰ ਦੇ ਟੁਕੜੇ ਹੋਏ ਸਨ। ਉਹਨਾਂ ਨੂੰ ਕੱਪੜੇ ਵਿੱਚ ਲਪੇਟਿਆ ਅਤੇ ਇੱਕ ਦਾਸੀ ਨੂੰ ਕਿਹਾ, ਇਹਨਾਂ ਨੂੰ ਬਾਹਰ ਸੁੱਟ ਦਿਓ, ਵੇਖੋ ਨਹੀਂ। ਉਸ ਇਸਤਰੀ ਨੇ ਲੈ ਕੇ ਦੋਵੇਂ ਟੁਕੜੇ ਬਾਹਰ ਸੁੱਟ ਦਿੱਤੇ। ਜਰਾ ਰਾਖਸ਼ਣੀ ਨੇ ਦੋਵਾਂ ਟੁਕੜਿਆਂ ਨੂੰ ਡਿੱਗਦੇ ਹੋਏ ਵੇਖਿਆ। ਉਹਨਾਂ ਨੂੰ ਖਾਣ ਵਾਸਤੇ ਛੇਤੀ ਨਾਲ ਉੱਥੇ ਗਈ। ਉਹ ਮਾਂਸ ਅਤੇ ਲਹੂ ਦਾ ਭੋਜਨ ਕਰਦੀ ਸੀ। ਜਦ ਉਸ ਬੱਚਾ ਨੂੰ ਉਠਾ ਕੇ ਵੇਖਿਆ ਤਾਂ ਨਵੀਂ ਗਤੀ ਵੇਖ ਕੇ ਬਹੁਤ ਹੈਰਾਨ ਹੋਈ। ਜਰਾ ਰਾਖਸ਼ਣੀ ਨੇ ਦੋਵਾਂ ਟੁਕੜਿਆਂ ਨੂੰ ਬੜੇ ਜ਼ੋਰ ਨਾਲ ਚੁੱਕਿਆ, ਕਿਉਂਕਿ ਉਹ ਬਹੁਤ ਭਾਰੀ ਸਨ। ਫਿਰ ਉਹਨਾਂ ਦੋਵਾਂ ਟੁਕੜਿਆਂ ਨੂੰ ਜੋੜਨ ਲੱਗੀ। ਦੋਵਾਂ ਦੀ ਇੱਕ ਅੱਖ ਸੀ, ਇੱਕ ਹੱਥ ਸੀ, ਇੱਕ ਪੈਰ ਸੀ ਅਤੇ ਇੱਕ ਕੰਨ ਸੀ।
ਜਿੱਥੇ ਪਏ ਸਨ ਉਹ ਸਥਾਨ ਬੜਾ ਭਿਆਨਕ ਲੱਗਦਾ ਸੀ। ਉਸ ਰਾਖਸ਼ਣੀ ਨੇ ਬੜਾ ਜ਼ੋਰ ਲਾ ਕੇ ਦੋਵੇਂ ਟੁਕੜੇ ਜੋੜ ਦਿੱਤੇ ਤਾਂ ਉਸੇ ਵੇਲੇ ਬਾਲਕ ਜਿਉਂਦਾ ਹੋ ਗਿਆ ਤੇ ਰੋਣ ਲੱਗ ਗਿਆ। ਐਸੀ ਆਵਾਜ਼ ਆਈ ਜਿਵੇਂ ਬੱਦਲ ਗੱਜਿਆ ਹੋਵੇ। ਨਗਰ ਦੇ ਲੋਕ ਸੁਣ ਕੇ ਬਹੁਤ ਫਿਕਰਮੰਦ ਹੋ ਗਏ। ਜਰਾ ਰਾਖਸ਼ਣੀ ਨੇ ਬੜਾ ਅਚਰਜ ਮੰਨਿਆ। ਉਹ ਇੱਕ ਮੂਰਤੀ ਵਾਂਗ ਹੋ ਗਈ ਤੇ ਚੁੱਪ ਧਾਰਨ ਕਰ ਲਈ। ਜਰਾ ਰਾਖਸ਼ਣੀ ਉਸ ਨੂੰ ਚੁੱਕ ਰਹੀ ਸੀ, ਪਰ ਉਸ ਪਾਸਿਓਂ ਹਿੱਲਿਆ ਨਹੀਂ। ਉਸਨੇ ਆਪਣੀ ਸਾਰੀ ਸ਼ਕਤੀ ਲਗਾ ਦਿੱਤੀ। ਬੜੀ ਉੱਚੀ ਆਵਾਜ਼ ਸੁਣ ਕੇ ਅਮੀਰ ਗਰੀਬ ਭੱਜ ਉੱਠੇ ਤੇ ਨਗਰ ਵਿੱਚ ਵੱਡਾ ਰੌਲਾ ਪੈ ਗਿਆ। ਜਰਾ ਰਾਖਸ਼ਣੀ ਨੇ ਉੱਥੇ ਵਰਜਿਆ ਤੇ ਰਾਜੇ ਦੇ ਸੂਰਬੀਰਾਂ ਨੇ ਕ੍ਰੋਧ ਕਰਕੇ ਉਸ ਨੂੰ ਤਾੜਨਾ ਕੀਤੀ। ਬਹੁਤਿਆਂ ਨੇ ਮਿਲ ਕੇ ਬਾਲਕ ਨੂੰ ਚੁੱਕ ਲਿਆ ਤੇ ਲੈ ਕੇ ਰਾਜੇ ਦੇ ਘਰ ਪਹੁੰਚ ਗਏ। ਜਰਾ ਰਾਖਸ਼ਣੀ ਵੀ ਰਾਜੇ ਦੇ ਪਾਸ ਗਈ ਤੇ ਕਹਿਣ ਲੱਗੀ, ਹੇ ਰਾਜਾ, ਮੈਂ ਤੁਹਾਡੇ ਨਗਰ ਵਿੱਚ ਰਹਿੰਦੀ ਹਾਂ, ਇਸ ਕਰਕੇ ਮੈਂ ਤੁਹਾਡੇ ਬਾਲਕ ਨੂੰ ਵੇਖਿਆ, 2 ਟੁਕੜਿਆਂ ਨੂੰ ਜੋੜ ਕੇ ਜਿਹੜਾ ਤੁਹਾਡੇ ਪਾਸ ਲਿਆਂਦਾ ਹੈ। ਰਾਜੇ ਨੇ ਖੁਸ਼ ਹੋ ਕੇ ਪੁੱਤਰ ਨੂੰ ਲੈ ਲਿਆ ਤੇ ਪ੍ਰਸੰਨ ਹੋ ਕੇ ਆਪਣੀਆਂ ਦੋਵਾਂ ਪਤਨੀਆਂ ਨੂੰ ਦੇ ਦਿੱਤਾ। ਜਰਾ ਰਾਖਸ਼ਣੀ ਫਿਰ ਚਲੇ ਗਈ ਤੇ ਰਾਜੇ ਦੀ ਸਾਰੀ ਚਿੰਤਾ ਗਵਾ ਗਈ। ਰਾਜੇ ਨੇ ਯੱਗ ਕਰਕੇ ਬਹੁਤ ਦਾਨ ਦਿੱਤਾ ਅਤੇ ਉਤਸ਼ਾਹ ਮੰਗਲ ਕੀਤਾ। ਰਾਜਾ ਬਹੁਤ ਪ੍ਰੇਮ ਨਾਲ ਖੁਸ਼ੀਆਂ ਮਨਾ ਰਿਹਾ ਸੀ। ਜਰਾ ਰਾਖਸ਼ਣੀ ਨੇ ਇਸ ਨੂੰ ਜੋੜਿਆ ਹੈ, ਇਸ ਕਰਕੇ ਇਸ ਦਾ ਨਾਮ ਜ਼ਰਾਸੰਧ ਪਿਆ ਹੈ। ਦਿਨ ਬ ਦਿਨ ਵੱਧਦਾ ਜਾਂਦਾ ਸੀ ਤੇ ਬਹੁਤ ਬਲ ਧਾਰਨ ਕਰਦਾ ਜਾਂਦਾ ਸੀ। ਵਿਸ਼ਾਲ ਸ਼ਕਤੀਸ਼ਾਲੀ ਰਾਜੇ ਦੇ ਬਰਾਬਰ ਹੋ ਗਿਆ। ਲੰਬੀਆਂ ਬਾਹਾਂ ਸਨ ਤੇ ਚੌੜੀ ਛਾਤੀ ਸੀ। ਸ਼ੁਭ ਲੱਛਣ ਸਨ ਤੇ ਸਭ ਪ੍ਰਕਾਰ ਬਹੁਤ ਸੁੰਦਰ ਸੀ। ਜਦ ਬੜਾ ਲੰਮਾ ਸਮਾਂ ਬੀਤ ਗਿਆ ਤਾਂ ਉਹੀ ਰਿਖੀ ਸਾਰਾ ਹਾਲ ਸੁਣ ਕੇ ਇਸ ਦੇਸ਼ ਵਿੱਚ ਚੱਲ ਕੇ ਆ ਗਿਆ। ਉਹ ਰਾਜੇ ਦੇ ਉਸ ਪੁੱਤਰ ਨੂੰ ਵੇਖਣ ਵਾਸਤੇ ਆਇਆ। ਉਸ ਦੇ ਆਉਣ ਬਾਰੇ ਸੁਣ ਕੇ ਰਾਜੇ ਨੇ ਸੁੱਖ ਮੰਨਿਆ ਤੇ ਉਸ ਰਿਖੀ ਦੀ ਪੂਜਾ ਕਰਨ ਵਾਸਤੇ ਸਮੱਗਰੀ ਲੈ ਲਈ। ਦੋਵੇਂ ਪਤਨੀਆਂ ਨਾਲ ਲੈ ਕੇ ਰਿਖੀ ਦੇ ਚਰਨਾਂ 'ਤੇ ਆਪਣਾ ਮੱਥਾ ਧਰ ਦਿੱਤਾ। ਬੜੇ ਆਦਰ ਨਾਲ ਬਿਠਾ ਕੇ ਬੇਨਤੀ ਕੀਤੀ, ਸਾਡੇ ਵੱਡੇ ਭਾਗ ਹਨ ਤੁਹਾਡੇ ਦਰਸ਼ਨ ਕੀਤੇ ਹਨ। ਮੇਰੇ ਉੱਤੇ ਤੁਹਾਡੀ ਵਿਸ਼ਾਲ ਕਿਰਪਾ ਹੈ। ਮੈਨੂੰ ਵੱਡਾ ਬਲਵਾਨ ਯੋਧਾ ਪੁੱਤਰ ਦਿੱਤਾ ਹੈ। ਹੁਣ ਇਹ ਰਾਜ ਆਪ ਹੀ ਕਰੋ, ਸਾਡੀ ਸਾਰਿਆਂ ਦੀ ਆਸ਼ਾ ਪੂਰੀ ਕਰੋ। ਰਿਖੀ ਨੇ ਕਿਹਾ, ਹੇ ਰਾਜਨ, ਤੁਹਾਨੂੰ ਹੀ ਇਹ ਸਾਰਾ ਦੇਸ਼ ਸ਼ੋਭਦਾ ਹੈ। ਤਪੱਸਿਆ ਹੀ ਹੁਣ ਸਾਡਾ ਰਾਜ ਬਣ ਗਿਆ ਹੈ। ਤੁਸੀਂ ਹੀ ਸਾਰੀ ਸੈਨਾ ਅਤੇ ਸਾਜ਼ੋ ਸਮਾਨ ਰੱਖੋ। ਇਹ ਤੁਹਾਡਾ ਪੁੱਤਰ ਅਜਿਹਾ ਪੈਦਾ ਹੋਇਆ ਹੈ ਪ੍ਰਗਟ ਰੂਪ ਵਿੱਚ ਜਿਹੜਾ ਸਾਰੇ ਜੱਗ ਵਿੱਚ ਜਸ ਪ੍ਰਾਪਤ ਕਰੇਗਾ। ਜਗਤ ਵਿੱਚ ਇਸ ਦੇ ਬਰਾਬਰ ਕੋਈ ਰਾਜਾ ਐਡਾ ਵੱਡਾ ਅਨੁਪਮ ਨਹੀਂ ਹੋਵੇਗਾ। ਸਭ ਰਾਜਿਆਂ ਦਾ ਇਹ ਰਾਜਾ ਹੋਵੇਗਾ। ਇਸ ਦੀ ਬਰਾਬਰੀ ਕੋਈ ਨਹੀਂ ਕਰ ਸਕੇਗਾ। ਦੇਵਤਿਆਂ ਅਤੇ ਰਾਖਸ਼ਾਂ ਨੂੰ ਯੁੱਧ ਵਿੱਚ ਜਿੱਤ ਲਵੇਗਾ ਤੇ ਪ੍ਰਜਾ ਦੀ ਚੰਗੀ ਤਰ੍ਹਾਂ ਰੱਖਿਆ ਕਰੇਗਾ। ਜਿਹੜਾ ਵੀ ਰਾਜਾ ਇਸ ਉੱਤੇ ਚੜ੍ਹਾਈ ਕਰੇਗਾ, ਆਪਣੀਆਂ ਬਾਹਾਂ ਦੇ ਬਲ ਨਾਲ ਇਹ ਇਸ ਨੂੰ ਮਾਰ ਭਜਾਵੇਗਾ। ਰਾਜਾ ਤਪਸਵੀ ਪਾਸੋਂ ਪੁੱਤਰ ਦੇ ਗੁਣਾਂ ਵਾਲਾ ਹੋਣ ਦੀ ਗੱਲ ਸੁਣ ਕੇ ਬਹੁਤ ਪ੍ਰਸੰਨ ਤੇ ਸੁਖੀ ਹੋਇਆ। ਵਿਧੀ ਅਨੁਸਾਰ ਮੰਤਰ ਪੜ੍ਹ ਕੇ ਕੁਸ਼ਾ ਆਦਰ ਨਾਲ ਜਲ ਛਿੜਕੇ ਪੁੱਤਰ ਨੂੰ ਰਾਜ ਤਿਲਕ ਲਾਇਆ ਤੇ ਰਾਜਾ ਆਪ ਤਪੱਸਿਆ ਕਰਨ ਵਾਸਤੇ ਜੰਗਲ ਨੂੰ ਚਲਾ ਗਿਆ। ਪੁੱਤਰ ਨੂੰ ਕਹਿ ਕੇ ਬਹੁਤ ਸਿੱਖਿਆ ਦਿੱਤੀ। ਆਪਣੀਆਂ ਦੋਵੇਂ ਪਿਆਰੀਆਂ ਇਸਤਰੀਆਂ ਲੈ ਕੇ ਤਪਸਵੀ ਦੇ ਨਾਲ ਜੰਗਲ ਵਿੱਚ ਚਲਾ ਗਿਆ। ਉੱਚੇ ਪਹਾੜਾਂ ਦੇ ਜੰਗਲਾਂ ਵਿੱਚ ਬੈਠ ਕੇ ਤਪ ਕੀਤਾ। ਜਰਾਸੰਧ ਨੇ ਆਪਣੇ ਪਿਤਾ ਜੀ ਤੋਂ ਬਾਅਦ ਚੰਗੀ ਤਰ੍ਹਾਂ 4 ਪ੍ਰਕਾਰ ਦੀ ਸੈਨਾ ਇਕੱਠੀ ਕੀਤੀ। ਜਿਹੜਾ ਵੀ ਰਾਜਾ ਉਸ ਦੀ ਆਗਿਆ ਮੋੜਦਾ ਸੀ ਤਾਂ ਸੰਘਰਸ਼ ਕਰਕੇ ਉਸ ਰਾਜੇ ਦਾ ਸਿਰ ਪਾੜ ਦਿੰਦਾ ਸੀ, ਕਿਸੇ ਨੂੰ ਕੈਦ ਵਿੱਚ ਸੁੱਟ ਦਿੰਦਾ ਸੀ, ਕਿਸੇ ਨੂੰ ਕੱਢ ਕੇ ਉਸ ਦਾ ਸਾਰਾ ਦੇਸ਼ ਖੋਹ ਲੈਂਦਾ ਸੀ। ਭਲੀ ਪ੍ਰਕਾਰ ਉਸਨੇ ਆਪਣਾ ਰਾਜ ਵਧਾਇਆ ਤੇ ਸਾਰਿਆਂ ਉੱਤੇ ਆਪਣਾ ਹੁਕਮ ਚਲਾਇਆ। ਪ੍ਰਭੂ ਜੀ ਮਹਾਵੀਰ ਬਲਵਾਨ ਕ੍ਰਿਸ਼ਨ ਜੀ ਦਾ ਅਵਤਾਰ ਹੋਇਆ। ਮਥੁਰਾ ਵਿੱਚ ਉਹਨਾਂ ਦਾ ਜਨਮ ਹੋਇਆ, ਜਿਹੜਾ ਗੋਕਲ ਦੇ ਨਾਂ ਨਾਲ ਪ੍ਰਸਿੱਧ ਹੋਇਆ। ਉਹਨਾਂ ਨੇ ਮਹਾਦੁਸ਼ਟਨੀ ਪੂਤਨਾ ਨੂੰ ਮਾਰਿਆ, ਤ੍ਰਿਣਾਵਰਤ ਨਾਮੀ ਦੈਂਤ ਨੂੰ ਮਾਰਿਆ। ਬਾਲ ਉਮਰ ਵਿੱਚ ਹੀ ਉਹਨਾਂ ਦਾ ਨਾਸ਼ ਕੀਤਾ ਤੇ ਗਵਾਲਿਆਂ ਦੇ ਘਰਾਂ ਵਿੱਚ ਸ਼੍ਰੀ ਕ੍ਰਿਸ਼ਨ ਜੀ ਵਧਣ ਲੱਗੇ। ਅੱਗ ਨਾਮੀ ਦੈਂਤ ਤੇ ਧੇਨਕ ਨੂੰ ਮਾਰਿਆ। ਕੇਸੀ ਨਾਮੀ ਦੈਂਤ ਨੂੰ ਬਲ ਧਾਰ ਕੇ ਮਾਰਿਆ ਤੇ ਮਥੁਰਾ ਵਿਖੇ ਅਕਰੂਰ ਨਾਮੀ ਭਗਤ ਨੂੰ ਲੈ ਆਇਆ। ਪਹਿਲਾਂ ਧਨੁਖ ਦੇ 2 ਟੋਟੇ ਕਰ ਦਿੱਤੇ। ਅੱਗ ਨਾਮੀ ਦੈਂਤ ਕੰਸ ਦਾ ਸੈਨਾਪਤੀ ਸੀ, ਜਿਸ ਨੂੰ ਕ੍ਰਿਸ਼ਨ ਜੀ ਨੇ ਮਾਰਿਆ ਸੀ। ਚੰਡੂਰ ਅਤੇ ਮੁਸ਼ਟਕ 2 ਪਹਿਲਵਾਨਾਂ ਨੂੰ ਮਾਰਿਆ। ਫਿਰ ਦੁਸ਼ਟ ਰਾਜੇ ਕੰਸ ਨੂੰ ਮਾਰਿਆ। ਜਰਾਸੰਧ ਦਾ ਉਹ ਜਵਾਈ ਸੀ। ਜਦ ਕ੍ਰਿਸ਼ਨ ਜੀ ਨੇ ਉਸ ਦੁਸ਼ਟ ਦਾ ਨਾਸ਼ ਕੀਤਾ। ਕਵੀ ਜੀ ਜਰਾਸੰਧ ਦੀ ਕਥਾ ਹੀ ਚਲਾ ਰਹੇ ਹਨ। ਅਸਲ ਵਿੱਚ ਜਰਾਸੰਧ ਮਗਧ ਦੇਸ਼ ਦਾ ਰਾਜਾ ਹੋਇਆ ਹੈ। ਜਰਾਸੰਧ ਦੀ ਪੁੱਤਰੀ ਅਤੇ ਕੰਸ ਦੀ ਪਤਨੀ
ਫਿਰ ਆਪਣੇ ਪਿਤਾ ਜੀ ਦੇ ਪਾਸ ਗਈ ਤੇ ਪੁਕਾਰ ਕੀਤੀ। ਵਿਧਵਾ ਅਤੇ ਬਹੁਤ ਦੁਖਿਆਰੀ ਵੇਖ ਕੇ ਭਾਰੀ ਬਲਵਾਨ ਜਰਾਸੰਧ ਬਹੁਤ ਗੁੱਸੇ ਵਿੱਚ ਆਇਆ। ਉਸਨੇ ਸਾਰੀ ਸੈਨਾ ਨੂੰ ਤੁਰੰਤ ਤਿਆਰ ਕੀਤਾ। ਬੜੇ ਉਤਸ਼ਾਹ ਨਾਲ ਰਾਜੇ ਜਰਾਸੰਧ ਨੇ ਚੜ੍ਹਾਈ ਕੀਤੀ ਤੇ ਕਹਿਣ ਲੱਗਾ, ਬਲਭਦਰ ਤੇ ਕ੍ਰਿਸ਼ਨ ਨੂੰ ਮਾਰਾਂਗਾ। ਬਹੁਤ ਕ੍ਰੋਧ ਵਧਿਆ। ਮਥੁਰਾ ਘੇਰ ਸੰਗਰਾਮ ਆਰੰਭ ਕੀਤਾ। ਲੱਖਾਂ ਸੂਰਮੇ ਜਮਾ ਦੇ ਘਰ ਚਲੇ ਗਏ। ਬਹੁਤ ਵਾਰ ਭਿਆਨਕ ਯੁੱਧ ਕੀਤਾ, ਪਰ ਸ਼੍ਰੀ ਕ੍ਰਿਸ਼ਨ ਤੋਂ ਹਾਰ ਕੇ ਪਿਛਾਂਹ ਹਟ ਜਾਂਦਾ ਸੀ। ਫਿਰ ਸ਼੍ਰੀ ਕ੍ਰਿਸ਼ਨ ਜੀ ਸਾਗਰ ਦੇ ਵਿੱਚ ਦਵਾਰਕਾ ਨਗਰ ਬਣਾ ਕੇ ਆਰਾਮ ਨਾਲ ਵਸਦੇ ਰਹੇ। ਇਸ ਦੇ ਪਿੱਛੋਂ ਕਾਫੀ ਸਮਾਂ ਬੀਤ ਗਿਆ। ਫਿਰ ਪਾਂਡਵ ਵੱਡੇ ਸੂਰਮੇ ਹੋਏ, ਰਾਜਸੂ ਯੱਗ ਕਰਨਾ ਚਾਹੁੰਦੇ ਸਨ। ਰਾਜਾ ਯੁਧਿਸ਼ਟਰ ਨੇ ਇਹ ਮਨੋਰਥ ਧਾਰਨ ਕੀਤਾ। ਉੱਥੇ ਉਹਨਾਂ ਨੇ ਸ਼੍ਰੀ ਕ੍ਰਿਸ਼ਨ ਜੀ ਨੂੰ ਬੁਲਾਇਆ। ਸ਼੍ਰੀ ਕ੍ਰਿਸ਼ਨ ਜੀ ਉਹਨਾਂ ਨੂੰ ਅਤੀ ਪਿਆਰੇ ਸਮਝ ਕੇ ਉਹਨਾਂ ਦੇ ਘਰ ਵਿਖੇ ਆਏ। ਉਹਨਾਂ ਦੇ ਅੱਗੇ ਆਪਣਾ ਮਨੋਰਥ ਕਿਹਾ। ਇਹ ਸੁਣ ਕੇ ਸ਼੍ਰੀ ਕ੍ਰਿਸ਼ਨ ਜੀ ਨੇ ਬਚਨ ਕੀਤੇ, ਮਹਾਨ ਯੋਧਾ ਜਿਹੜਾ ਮਗਧ ਦਾ ਰਾਜਾ ਹੈ, ਉਹ ਜਰਾਸੰਧ ਨਾਮੀ ਰਾਜਾ ਵਿਸ਼ੇਸ਼ ਤੌਰ 'ਤੇ ਬਲਵਾਨ ਹੈ। ਉਸ ਨੂੰ ਮਾਰਨ ਤੋਂ ਬਗੈਰ ਯੱਗ ਨਹੀਂ ਹੋ ਸਕਦਾ। ਉਹ ਆਪਣੀ ਉਮਰ ਪੂਰੀ ਕਰ ਚੁੱਕਾ ਹੈ। ਇੱਕ ਵਾਰ ਉਸਨੇ ਆਪਣੇ ਮਹਿਲ 'ਤੇ ਚੜ੍ਹ ਕੇ ਸਾਰੀ ਤਾਕਤ ਲਾ ਕੇ ਆਪਣੀ ਗਦਾ ਦਾ ਵਾਰ ਕੀਤਾ ਸੀ। 100 ਯੋਜਨ ਲੰਮਾ ਪੈਂਡਾ ਤੈਅ ਕਰਕੇ ਉਹ ਮੇਰੇ ਉੱਤੇ ਵਾਰ ਕਰਨ ਵਾਸਤੇ ਮੇਰੇ ਪਾਸ ਪਹੁੰਚੀ। ਤਦ ਬਲਰਾਮ ਨੇ ਆਪਣੀ ਸ਼ਕਤੀ ਲਾ ਕੇ ਆਉਂਦੀ ਗਦਾ ਨੂੰ ਖਪਾ ਦਿੱਤਾ। ਜਰਾਸੰਧ ਬਹੁਤ ਬਲ ਰੱਖਦਾ ਹੈ, ਉਸ ਦੀ ਮੈਂ ਗਿਣਤੀ ਕੀ ਗਿਣਾ। ਇਸ ਕਰਕੇ ਚੰਗਾ ਉਪਾਅ ਇਹੋ ਹੈ, ਮੈਨੂੰ ਸੈਨਾ ਲੈ ਕੇ ਜਾਣ ਦੀ ਲੋੜ ਨਹੀਂ, ਜਦ ਕਿ ਸੈਨਾ ਦਾ ਕੋਈ ਸੂਰਬੀਰ ਵੀ ਉਸ ਦਾ ਸਾਹਮਣਾ ਨਹੀਂ ਕਰ ਸਕਦਾ। ਫੌਜ ਦੇ ਨਾਲ ਉਹ ਕਿਵੇਂ ਜਿੱਤਿਆ ਜਾ ਸਕਦਾ ਹੈ। ਅਰਜਨ ਅਤੇ ਭੀਮ ਨੂੰ ਨਾਲ ਲੈ ਕੇ ਜਾਵਾਂਗਾ। ਕੋਈ ਵਲ ਛਲ ਕਰਕੇ ਉਸ ਨੂੰ ਜਿੱਤ ਲਵਾਂਗਾ। ਅਸੀਂ ਹੁਣ ਜਾ ਕੇ ਉਸ ਦੇ ਪਾਸ ਪਹੁੰਚਦੇ ਹਾਂ। ਇਕੱਲੇ ਭੀਮ ਦੇ ਨਾਲ ਉਹ ਜੰਗ ਕਰੇਗਾ। ਇਹ ਦੋਵੇਂ ਸੂਰਬੀਰ ਮੇਰੇ ਨਾਲ ਦਿਓ। ਜਿਸ ਤਰ੍ਹਾਂ ਦੇ ਦਿਓਗੇ ਉਸ ਤਰ੍ਹਾਂ ਦੇ ਫਿਰ ਵਾਪਸ ਸੰਭਾਲ ਲੈਣਾ, ਭਾਵ ਅਸੀਂ ਇਹਨਾਂ ਨੂੰ ਮਰਨ ਨਹੀਂ ਦਿਆਂਗੇ। ਫਿਰ ਪਾਂਡਵ ਰਾਜੇ ਯੁਧਿਸ਼ਟਰ ਨੇ ਕਿਹਾ, ਤੁਸੀਂ ਸਾਡੇ ਵਿਗੜੇ ਕੰਮ ਸਵਾਰਦੇ ਹੋ। ਜਿਵੇਂ ਵੀ ਤੁਹਾਡੇ ਮਨ ਵਿੱਚ ਚੰਗਾ ਲੱਗਦਾ ਹੈ, ਉਸ ਤਰ੍ਹਾਂ ਹੀ ਸਾਡੇ ਕਾਰਜ ਸ਼ੁਭ ਹੋਣਗੇ। ਇਹ ਸੁਣ ਕੇ ਤਿੰਨਾਂ ਨੇ ਬ੍ਰਾਹਮਣ ਦਾ ਵੇਸ਼ ਧਾਰਨ ਕਰ ਲਿਆ। ਫਿਰ ਉਸੇ ਦੇਸ਼ ਵੱਲ ਵਿਸ਼ੇਸ਼ ਤੌਰ 'ਤੇ ਆਏ। ਸਿੱਧੇ ਮਾਰਗ ਨੂੰ ਉਹਨਾਂ ਨੇ ਛੱਡ ਦਿੱਤਾ ਤੇ ਚਤੁਰਪੁਰਸ਼ ਹੋਰ ਕਿਸੇ ਦੇਸ਼ ਵੱਲ ਚਲੇ ਗਏ, ਕਿਉਂਕਿ ਉਹ ਸਮਝਦੇ ਸਨ ਸਾਡੇ ਇੱਧਰ ਆਉਣ ਦਾ ਉਸ ਨੂੰ ਪਤਾ ਨਾ ਲੱਗ ਜਾਵੇ, ਫਿਰ ਉਸ ਨੂੰ ਮਾਰਨਾ ਕਠਿਨ ਹੋ ਜਾਏਗਾ। ਗੰਗਾ ਨਦੀ ਪਾਰ ਕਰਕੇ ਉਤਰ ਪਏ। ਫਿਰ ਗੰਡਕਾ ਨਦੀ ਦਾ ਜਲ ਤਰ ਕੇ ਪਾਰ ਕੀਤਾ ਤੇ ਸ੍ਰੌਣ ਭਦਰਾ ਨਦੀ ਨੂੰ ਪਿੱਛੇ ਛੱਡ ਗਏ ਤੇ ਮਗਧ ਦੇਸ਼ ਵਿੱਚ ਆ ਪਹੁੰਚੇ, ਜਿੱਥੇ ਰਾਜਾ ਜਰਾਸੰਧ ਯੋਧਾ ਰਹਿੰਦਾ ਸੀ, ਜਿਸ ਪਾਸ ਬਹੁਤ ਵੱਡੀ ਸੈਨਾ ਅਤੇ ਧਨ ਦੌਲਤ ਸੀ। ਉਸ ਦੇ ਦੇਸ਼ ਵਿੱਚ ਸਾਰੇ ਲੋਕ ਬਹੁਤ ਸੁਖੀ ਰਹਿੰਦੇ ਸਨ। ਉਹ ਮਨ ਵਿੱਚ ਕਦੇ ਵੀ ਦੁੱਖ ਨਹੀਂ ਪਾਉਂਦੇ ਸਨ। ਵੱਡਾ ਨਗਰ ਸੀ, ਜਿਸ ਦੇ 4 ਚੁਫੇਰੇ ਕਿਲੇ ਸਨ। ਕੋਈ ਵੀ ਅਜਿਹਾ ਮਰਦ ਨਹੀਂ ਸੀ ਜਿਹੜਾ ਉਸ ਨੂੰ ਮਾਰ ਸਕੇ। ਵੱਡੇ ਵੱਡੇ ਯੋਧੇ ਉਸ ਦੇ ਚਾਰੇ ਪਾਸੇ ਰਾਖੀ ਕਰਦੇ ਸਨ। ਉਹ ਸ਼ਸਤਰਾਂ ਅਸਤਰਾਂ ਨੂੰ ਧਾਰਨ ਕਰਨ ਵਾਲੇ ਸਨ। ਰਾਹ ਦੇ ਵਿੱਚ ਇੱਕ ਘੰਟੀਆਂ ਦੀ ਮਾਲਾ ਸੀ। ਵੈਰੀ ਪਛਾਣ ਕੇ ਉਹ ਵੱਜ ਪੈਂਦੀ ਸੀ ਤੇ ਰਾਜੇ ਨੂੰ ਖਬਰ ਦੇ ਦਿੰਦੀ ਸੀ। ਘੰਟੀਆਂ ਦੀ ਆਵਾਜ਼ ਰਾਜਾ ਸੁਣ ਲੈਂਦਾ ਸੀ ਤੇ ਸੁਚੇਤ ਹੋ ਕੇ ਵੱਡੀ ਸੈਨਾ ਭੇਜ ਦਿੰਦਾ ਸੀ। ਮੰਤਰਾਂ ਦੇ ਬਲ ਨਾਲ ਇੱਕ ਚੱਕਰ ਬਣਾਇਆ ਹੋਇਆ ਸੀ, ਜਿਹੜਾ ਵੈਰੀ ਨੂੰ ਸਮਝ ਕੇ ਤੁਰੰਤ ਉਸ ਦਾ ਸਿਰ ਨਾਸ਼ ਕਰ ਦਿੰਦਾ ਸੀ। ਰਾਜੇ ਜਰਾਸੰਧ ਦੀ ਇਹ ਵਿਧੀ ਸਮਝ ਕੇ ਸ਼੍ਰੀ ਕ੍ਰਿਸ਼ਨ ਜੀ ਨੇ ਮਨੋਹਰ ਪ੍ਰਵੇਸ਼ ਦੁਆਰ ਨੂੰ ਛੱਡ ਦਿੱਤਾ। ਪਿੱਛੇ ਦੀ ਹੋ ਕੇ ਕਿਲੇ 'ਤੇ ਚੜ੍ਹ ਗਏ। ਅਰਜਨ ਅਤੇ ਭੀਮ ਨੂੰ ਨਾਲ ਲੈ ਲਿਆ। ਉੱਥੋਂ ਛਾਲ ਮਾਰ ਕੇ ਅੰਦਰ ਵੜ ਗਏ ਤੇ ਰਾਜੇ ਜਰਾਸੰਧ ਦੇ ਪਾਸ ਜਾ ਕੇ ਖਲੋ ਗਏ। ਉਸ ਦਿਨ ਰਾਜਾ ਜਰਾਸੰਧ ਨੇ ਬਹੁਤ ਅਪਸ਼ਗਨ ਵੇਖੇ। ਬੈਠ ਕੇ ਭਾਰੀ ਧਨ ਦਾਨ ਕਰ ਰਿਹਾ ਸੀ। ਮੰਗ ਤੇ ਪਾਸ ਖੜੇ ਵੇਖੇ। ਸ਼੍ਰੀ ਕ੍ਰਿਸ਼ਨ ਜੀ, ਭੀਮ ਅਤੇ ਅਰਜਨ ਵੱਲ ਰਾਜੇ ਬੁਰੀ ਤਰ੍ਹਾਂ ਵੇਖਿਆ ਅਤੇ ਸੋਚਿਆ, ਅਸਚਰਜ ਵੇਖਿਆ ਹੈ, ਇਹ ਕਿੱਥੋਂ ਆਏ ਹਨ? ਇਹ ਖੱਤਰੀਆਂ ਨੇ ਬ੍ਰਾਹਮਣਾਂ ਦਾ ਭੇਸ਼ ਧਾਰਨ ਕੀਤਾ ਹੈ। ਧਨੁੱਖ ਦੀਆਂ ਘਾਸੀਆਂ ਇਹਨਾਂ ਸਭ ਦੇ ਪਾਸ ਹਨ। ਇਹ ਕਪਟ ਕਰਕੇ ਕੀ ਕਰਨਗੇ? ਰਾਜਾ ਉੱਠ ਕੇ ਉਹਨਾਂ ਦੇ ਪਾਸ ਆਇਆ ਤੇ ਬੁੱਧੀ ਬਲ ਨਾਲ ਸਭ ਕੁਝ ਜਾਣ ਲਿਆ। ਉਹਨਾਂ ਨੂੰ ਕਿਹਾ, ਤੁਸੀਂ ਕੌਣ ਹੋ? ਤੁਹਾਡੇ ਬ੍ਰਾਹਮਣ ਵਾਲੇ ਸਰੀਰ ਨਹੀਂ ਹਨ। ਸੱਚੀ ਗੱਲ ਕਹੋ। ਸਿੱਧੇ ਰਸਤੇ ਰਾਹੀਂ ਨਹੀਂ ਆਏ ਹੋ, ਪਿਛਲੇ ਪਾਸੇ ਦੀ ਕਿਲਾ ਟੱਪ ਕੇ ਆਏ ਹੋ। ਜੇ ਤੁਸੀਂ ਸਿੱਧੇ ਰਸਤੇ ਰਾਹੀਂ ਆਉਂਦੇ ਤਾਂ ਘੰਟਾ ਆਪਣੀ ਆਵਾਜ਼ ਕਰਦਾ ਤੇ ਭਿਆਨਕ ਚੱਕਰ ਛਿਣ ਵਿੱਚ ਤੁਹਾਡਾ ਸਿਰ ਧੜ ਨਾਲੋਂ ਵੱਖ ਕਰ ਦਿੰਦਾ। ਇਹ ਸੁਣ ਕੇ ਸ਼੍ਰੀ ਕ੍ਰਿਸ਼ਨ ਜੀ ਨੇ ਕਿਹਾ, ਚਤੁਰਪੁਰਖ ਜਿਸ ਨੂੰ ਚਾਹੁਣ ਦੁਸ਼ਮਣ ਸਮਝ ਕੇ ਫੜ ਸਕਦੇ ਹਨ। ਸਿੱਧੇ ਰਾਹ ਉਹ ਨਹੀਂ ਆਉਂਦੇ ਹਨ ਤੇ ਆਪਣਾ ਕਾਰਜ ਕਰਨਾ ਚਾਹੁੰਦੇ ਹਨ। ਜਰਾਸੰਧ ਨੇ ਫਿਰ ਬਚਨ ਕਹੇ, ਤੂੰ ਕਦ ਸਾਡੇ ਨਾਲ ਵੈਰ ਕੀਤਾ ਹੈ?
ਮੈਂ ਤਾਂ ਕਿਸੇ ਨਾਲ ਵੀ ਈਰਖਾ ਨਹੀਂ ਕਰਦਾ ਹਾਂ। ਤੁਸੀਂ ਕਿਸ ਤਰ੍ਹਾਂ ਜਾਣਦੇ ਹੋ, ਇਸ ਬਾਰੇ ਦੱਸੋ। ਸ਼੍ਰੀ ਕ੍ਰਿਸ਼ਨ ਜੀ ਨੇ ਫਿਰ ਕਿਹਾ, ਜੇ ਕਿਸੇ ਨਾਲ ਵੈਰ ਨਹੀਂ ਹੈ ਤਾਂ ਫਿਰ 20,800 ਰਾਜੇ ਕਿਉਂ ਕੈਦ ਕੀਤੇ ਹਨ? ਕਿਉਂ ਇਹਨਾਂ ਨੂੰ ਬੰਨ੍ਹ ਕੇ ਕੈਦ ਵਿੱਚ ਪਾਇਆ ਹੈ? ਦਿਲ ਵਿੱਚ ਇਹਨਾਂ ਨੂੰ ਮਾਰਨਾ ਚਾਹੁੰਦਾ ਹੈ? ਇਸ ਤੋਂ ਪਰੇ ਹੋਰ ਕਿਹੜਾ ਵੈਰ ਹੁੰਦਾ ਹੈ? ਇੰਨੇ ਰਾਜਿਆਂ ਨੂੰ ਕੋਈ ਕਿਉਂ ਮਾਰ ਦੇਵੇ? ਸਾਰੇ ਜਗਤ ਦੀ ਰੱਖਿਆ ਕਾਰਨ ਮੈਂ ਮਨੁੱਖਾ ਸਰੀਰ ਧਾਰਨ ਕੀਤਾ ਹੈ। ਮਨ ਵਿੱਚ ਵੱਡਾ ਅਪਰਾਧ ਚਿਤਵਿਆ ਹੈ। ਕਿਹੜਾ ਭਲਾ ਪੁਰਸ਼ ਇਸ ਕਾਰਜ ਦੀ ਸ਼ਲਾਘਾ ਕਰੇਗਾ? ਇਸ ਕਰਕੇ ਤੈਨੂੰ ਮਾਰਨ ਵਾਸਤੇ ਬ੍ਰਾਹਮਣ ਦਾ ਭੇਸ ਧਾਰ ਕੇ ਤੇਰੇ ਘਰ ਵਿੱਚ ਆਏ ਹਾਂ। ਨਹੀਂ ਤਾਂ ਸਾਰੇ ਰਾਜਿਆਂ ਨੂੰ ਛੱਡ ਦਿਓ ਤੇ ਮੇਰੇ ਨਾਲ ਯੁਧਿਸ਼ਟਰ ਪਾਸ ਚੱਲੋ। ਉਸ ਦੇ ਚਰਨੀ ਪੈ ਕੇ ਆਪਣੇ ਪ੍ਰਾਣ ਬਚਾ ਲਓ। ਦੀਨ ਹੋ ਕੇ ਹੁਣ ਰਾਜ ਕਰੋ, ਨਹੀਂ ਤਾਂ ਸਾਡਾ ਹੁਣ ਯੁੱਧ ਹੋਵੇਗਾ। ਅਖਾੜਾ ਬਣਾ ਕੇ ਤੈਨੂੰ ਜਿੱਤਾਂਗੇ, ਜਾਂ ਤੂੰ ਸਾਨੂੰ ਜਿੱਤ ਲੈ। ਪਿੱਛੋਂ ਜੋ ਤੁਹਾਡੇ ਮਨ ਭਾਉਂਦਾ ਹੈ ਉਸ ਤਰ੍ਹਾਂ ਕਰੋ। ਇਹ ਸੁਣ ਕੇ ਜਰਾਸੰਧ ਗੁੱਸੇ ਵਿੱਚ ਆ ਗਿਆ। ਬੜੇ ਹੰਕਾਰ ਵਿੱਚ ਆ ਕੇ ਆਪਣੇ ਮੁਖ ਤੋਂ ਬੋਲਿਆ, ਯੁੱਧ ਕਰਨ ਦੀ ਤੇਰੀ ਇੰਨੀ ਸ਼ਕਤੀ ਹੈ, ਹੇ ਛਲੀਏ, ਕਿਉਂ ਬ੍ਰਾਹਮਣਾਂ ਦਾ ਭੇਸ ਧਾਰਨ ਕੀਤਾ ਹੈ? ਜਿਹੜੇ ਰਾਜੇ ਮੈਂ ਕੈਦ ਕੀਤੇ ਹਨ, ਮੈਂ ਕਿਸੇ ਨਾਲ ਵੀ ਕਪਟ ਨਹੀਂ ਕੀਤਾ ਹੈ। ਜਿਵੇਂ ਤੁਸੀਂ ਕਪਟੀ ਹੋ ਕੇ ਆਏ ਹੋ, ਇਸ ਤਰ੍ਹਾਂ ਕੋਈ ਵੀ ਛਤਰੀ ਨਹੀਂ ਕਰ ਸਕਦਾ ਹੈ। ਮੈਂ ਇਹ ਸਾਰੇ ਰਾਜੇ ਜਿੱਤੇ ਹਨ, ਯੁੱਧ ਵਿੱਚ ਵਿਸ਼ੇਸ਼ ਤੌਰ 'ਤੇ ਜਿੱਤ ਪ੍ਰਾਪਤ ਕੀਤੀ ਹੈ। ਇਹ ਸੁਣ ਕੇ ਸ਼੍ਰੀ ਕ੍ਰਿਸ਼ਨ ਜੀ ਨੇ ਫਿਰ ਕਿਹਾ, ਇੰਨਾ ਵੱਡਾ ਮਾਣ ਕਿਉਂ ਕਰਦਾ ਹੈ? ਹੋਰ ਵੀ ਅਨੇਕਾਂ ਸੂਰਬੀਰ ਰਾਜੇ ਹੋਏ ਹਨ, ਅੰਤ ਮਰ ਗਏ ਹਨ ਤੇ ਕੋਈ ਵੀ ਨਹੀਂ ਬਚਿਆ ਹੈ। ਜੇ ਸਾਡੇ ਵਿੱਚ ਬਲ ਨਾ ਹੁੰਦਾ ਤਾਂ ਤੁਹਾਡੇ ਵਰਗਾ ਸੂਰਮਾ ਸਾਡੇ ਨਾਲ ਕਿਵੇਂ ਲੜਨਾ ਚਾਹੁੰਦਾ? ਦੁਸ਼ਟ ਦਮਨ ਸਦਾ ਹੀ ਮੇਰਾ ਨਾਮ ਹੈ। ਪ੍ਰਗਟ ਰੂਪ ਵਿੱਚ ਮੈਂ ਹੁਣ ਕ੍ਰਿਸ਼ਨ ਦਾ ਸਰੀਰ ਪਾਇਆ ਹੈ। ਭੀਮ ਸੈਨ ਇਹ ਸੂਰਮਾ ਵੇਖੋ, ਦੂਸਰਾ ਅਰਜਨ ਵੇਖ ਲਓ, ਪੂਰਨ ਬਲਵਾਨ ਹਨ। ਆਪਣੇ ਤਿੰਨਾਂ ਦੇ ਨਾਮ ਦੱਸ ਦਿੱਤੇ ਹਨ। ਦੋਹਾਂ ਵਿੱਚੋਂ ਕਿਸੇ ਇੱਕ ਨਾਲ ਯੁੱਧ ਕਰੋ, ਜਿਵੇਂ ਵੀ ਤੁਹਾਡੇ ਮਨ ਵਿੱਚ ਭਾਉਂਦਾ ਹੈ। ਜਾਂ ਸਾਰੇ ਰਾਜਿਆਂ ਨੂੰ ਕੈਦ ਵਿੱਚੋਂ ਛੱਡ ਦਿਓ ਤੇ ਧਰਮਰਾਜ ਯੁਧਿਸ਼ਟਰ ਦੇ ਸਾਹਮਣੇ ਚੱਲੋ। ਜੱਗ ਵਿੱਚ ਜੀਓ ਤੇ ਲੰਮੇ ਸਮੇਂ ਤੱਕ ਰਹੋ ਤੇ ਰਾਜ ਦਾ ਵਿਸ਼ਾਲ ਆਨੰਦ ਭੋਗੋ, ਨਹੀਂ ਤਾਂ ਸਾਡੇ ਨਾਲ ਯੁੱਧ ਕਰੋ। ਹੇ ਰਾਜਾ, ਇਹਨਾਂ ਤਿੰਨਾਂ ਵਿੱਚੋਂ ਕਿਸੇ ਇੱਕ ਦੇ ਸਾਹਮਣੇ ਹੋ ਜਾਓ। ਇਹ ਸੁਣ ਕੇ ਰਾਜੇ ਨੇ ਬੜਾ ਕ੍ਰੋਧ ਵਧਾਇਆ। ਸਭਾ ਛੱਡ ਕੇ ਅੰਦਰ ਪ੍ਰਵੇਸ਼ ਕਰ ਗਿਆ। ਆਪਣੇ ਪੁੱਤਰ ਸਹਿਦੇਵ ਨੂੰ ਵੇਖਿਆ ਤੇ ਉਸ ਨੂੰ ਵਿਧੀ ਅਨੁਸਾਰ ਰਾਜ ਤਿਲਕ ਦੇ ਦਿੱਤਾ। ਫਿਰ ਬਾਹਰ ਕ੍ਰਿਸ਼ਨ ਜੀ ਦੇ ਪਾਸ ਆ ਗਿਆ ਤੇ ਆਪਣੀ ਸ਼ਕਤੀ ਦਾ ਪ੍ਰਕਾਸ਼ ਕਰਕੇ ਬੋਲਿਆ, ਤੁਸੀਂ ਤਿੰਨੇ ਮੇਰੇ ਘਰ ਚੱਲ ਕੇ ਆਏ ਹੋ, ਮੇਰੇ ਨਾਲ ਕ੍ਰੋਧ ਵਧਾ ਕੇ ਲੜੋ। ਮੈਂ ਤਿੰਨਾਂ ਨਾਲ ਇਕੱਲਾ ਹੀ ਲੜਾਂਗਾ। ਮਹਾਨ ਸ਼ਕਤੀ ਆਪਣੇ ਵਿੱਚ ਧਾਰਨ ਕਰਾਂਗਾ। ਤੁਹਾਨੂੰ ਤਿੰਨਾਂ ਨੂੰ ਮਾਰ ਦਿਆਂਗਾ, ਜਾਂ ਲੜ ਕੇ ਮੈਨੂੰ ਮਾਰ ਦਿਓ। ਇਹ ਸੁਣ ਕੇ ਸ਼੍ਰੀ ਕ੍ਰਿਸ਼ਨ ਜੀ ਨੇ ਕਿਹਾ, ਇਕੱਲੇ ਨਾਲ ਜੇ ਅਸੀਂ ਤਿੰਨ ਜਾਣੇ ਲੜਾਂਗੇ ਤਾਂ ਅਨੁਚਿਤ ਗੱਲ ਕਰਾਂਗੇ। ਅਸੀਂ ਇਹ ਮਰਿਆਦਾ ਰਹਿਤ ਕਾਰਜ ਕਿਵੇਂ ਕਰ ਸਕਦੇ ਹਾਂ? ਜਿਹੜੇ ਕਮਜ਼ੋਰ ਹੁੰਦੇ ਹਨ ਉਹ ਇਸ ਵਿਧੀ ਅਨੁਸਾਰ ਕਰਦੇ ਹਨ। ਸਾਡੇ ਨਾਲੋਂ ਆਪਣੀ ਸ਼ਕਤੀ ਘੱਟ ਜਾਣੋ, ਹੇ ਬੁੱਧੀਮਾਨ। ਸਾਡੇ ਵਿੱਚੋਂ ਕਿਸੇ ਇੱਕ ਨੂੰ ਮੰਗ ਲਓ, ਦੋਵੇਂ ਲੜਨਗੇ, ਹੋਰ ਕੋਈ ਨਹੀਂ ਬੋਲੇਗਾ। ਵਿਸ਼ਾਲ ਬਲ ਦੇ ਨਾਲ ਸੰਘਰਸ਼ ਕਰੋ। ਜਰਾਸੰਧ ਨੇ ਫਿਰ ਕਿਹਾ, ਤੁਸੀਂ ਬਹੁਤ ਵਾਰ ਮੈਥੋਂ ਹਾਰੇ ਹੋ। 17 ਵਾਰ ਮੈਥੋਂ ਹਾਰ ਕੇ ਭੱਜ ਗਿਆ ਹੈ। ਮਥੁਰਾ ਛੱਡ ਕੇ ਕਿਸੇ ਹੋਰ ਥਾਂ ਚਲੇ ਗਿਆ ਹੈ। ਤੁਹਾਡੇ ਨਾਲ ਲੜਦਿਆਂ ਮੈਨੂੰ ਸ਼ਰਮ ਆਉਂਦੀ ਹੈ। ਯੁੱਧ ਭੂਮੀ ਨੂੰ ਛੱਡ ਕੇ ਦਵਾਰਕਾ ਜਾ ਵਸਿਆ ਹੈ। ਤੁਸੀਂ ਵੱਡੇ ਇਲਾਜ ਰਹਿਤ ਜਾਣੇ ਜਾਂਦੇ ਹੋ। ਯੋਧਿਆਂ ਵਿੱਚ ਤੁਸੀਂ ਬਹੁਤ ਕਾਇਰ ਗਿਣੇ ਜਾਂਦੇ ਹੋ। ਅਰਜੁਨ ਧਨੁੱਖ ਵਿੱਦਿਆ ਵਿੱਚ ਮਹਾਨ ਹਨ। ਦੂਰ ਖੜੇ ਵੈਰੀ 'ਤੇ ਵੀ ਬਾਣ ਛੱਡ ਦਿੰਦੇ ਹਨ। ਪਰ ਤੁਹਾਨੂੰ ਦੋਹਾਂ ਨੂੰ ਮੈਂ ਸ਼ਕਤੀ ਵਿੱਚ ਘੱਟ ਜਾਣਦਾ ਹਾਂ। ਮਾੜੇ ਨਾਲ ਕੋਈ ਸੂਰਮਾ ਵੀ ਨਹੀਂ ਲੜਦਾ ਹੈ। ਪੌਣ ਪੁੱਤਰ ਭੀਮ ਤੁਹਾਡੇ ਵਿੱਚ ਸਾਰਿਆਂ ਨਾਲੋਂ ਭਾਰੀ ਹੈ। ਉਹ ਜੇ ਮੇਰੇ ਅੱਗੇ ਠਹਿਰ ਸਕੇ, ਇੱਕ ਦੇ ਨਾਲ ਮੇਰਾ ਯੁੱਧ ਹੋਵੇਗਾ। ਸਾਰੇ ਲੋਕ ਵੇਖੋ, ਅਸੀਂ ਦੋਵੇਂ ਲੜਾਂਗੇ। ਸਿਰ ਉੱਤੇ ਧਾਰਨ ਕੀਤੇ ਰਤਨਾ ਜੜੇ ਮੁਕਟ ਨੂੰ ਰਾਜੇ ਨੇ ਉਤਾਰ ਦਿੱਤਾ ਤੇ ਕੇਸਾਂ ਦਾ ਜੋੜਾ ਕਰਕੇ ਘੁੱਟ ਕੇ ਪੱਗ ਬੰਨ੍ਹ ਲਈ। ਲੱਕ ਤੇ ਕਮਰ ਕੱਸਾ ਕੱਸ ਕੇ ਤਿਆਰ ਹੋ ਗਿਆ ਤੇ ਬੜਾ ਭਿਆਨਕ ਸ਼ਬਦ ਕਰਕੇ ਰਣ ਖੇਤਰ ਵਿੱਚ ਆ ਗਿਆ। ਇਧਰ ਭੀਮਸੈਨ ਵੀ ਸੁਚੇਤ ਹੋ ਗਿਆ ਤੇ ਯੁੱਧ ਕਰਨ ਵਾਸਤੇ ਆਪਣੀਆਂ ਬਾਹਾਂ ਨੂੰ ਠੋਕਿਆ। ਦੋਵੇਂ ਬਲਵਾਨ ਸੂਰਮੇ ਕ੍ਰੋਧ ਨਾਲ ਭਰ ਗਏ ਤੇ ਆਪਸ ਵਿੱਚ ਵਿਕਰਾਲ ਰੂਪ ਵਿੱਚ ਭਿੜ ਗਏ। ਦੋਨਾਂ ਦਾ ਆਪਸ ਵਿੱਚ ਬੜਾ ਹੀ ਘਮਾਸਾਨ ਯੁੱਧ ਹੋਇਆ। ਇਹ ਸੁਣ ਕੇ ਨਗਰ ਦੇ ਸਾਰੇ ਲੋਕ ਫਿਕਰਮੰਦ ਹੋ ਕੇ ਦਿਲ ਵਿੱਚ ਬਹੁਤ ਡਰ ਗਏ। ਚਾਰੇ ਪਾਸੇ ਵੱਡੀ ਭੀੜ ਲੱਗੀ ਹੋਈ ਸੀ। ਕਈ ਬੜੇ ਉਤਸ਼ਾਹ ਨਾਲ ਸੰਘਰਸ਼ ਵੇਖ ਰਹੇ ਸਨ। ਸ਼੍ਰੀ ਕ੍ਰਿਸ਼ਨ ਜੀ ਉਹਨਾਂ ਵੱਲ ਵੇਖ ਰਹੇ ਸਨ। ਜਦ ਜਰਾਸੰਧ ਦੀ ਸ਼ਕਤੀ ਨੂੰ ਉਹਨਾਂ ਨੇ ਭੀਮ ਨਾਲੋਂ ਘੱਟ ਜਾਣਿਆ ਤਾਂ ਭੀਮ ਦੇ ਪਾਸ ਜਾ ਕੇ ਸੈਨਤ ਕੀਤੀ, ਰਾਜਾ ਬਹੁਤ ਥੱਕ ਗਿਆ ਹੈ, ਇਸ ਨੂੰ ਮਾਰ ਦਿਓ। ਦੇਰ ਨਾ ਕਰੋ, ਇਸ ਨੂੰ ਮਾਰ ਦਿਓ। ਆਪਣੇ ਪੱਖ ਨੂੰ ਨਿਰਭੈਤਾ ਦਿਓ। ਭੀਮ ਨੇ ਸਮਝ ਕੇ ਪੁੱਛਿਆ, ਹੇ ਮਾਲਕ ਜੀ,
ਇਸ ਨੂੰ ਨਿਰਬਲ ਕਿਵੇਂ ਸਮਝਿਆ ਹੈ। ਮੇਰੇ ਸਰੀਰ ਦਾ ਅੰਗ ਅੰਗ ਥੱਕ ਗਿਆ ਹੈ, ਅੱਗੇ ਹੋਣ ਵਾਸਤੇ ਧੀਰਜ ਨਹੀਂ ਪਾ ਰਿਹਾ ਹਾਂ। ਮੇਰੇ ਵਿੱਚ ਹੁਣ ਭਾਰੀ ਉਦਮ ਨਹੀਂ ਰਿਹਾ ਹੈ, ਸਰੀਰ ਦੇ ਬਹੁਤ ਥੱਕ ਜਾਣ 'ਤੇ ਵੀ ਯੁੱਧ ਕਰ ਰਿਹਾ ਹਾਂ। ਮਹਾਬਲੀ ਇਹ ਅੱਗੇ ਖਲੋਤਾ ਹੈ, ਤੁਸੀਂ ਇਸ ਨੂੰ ਕਿਵੇਂ ਨਿਰਬਲ ਸਮਝਿਆ ਹੈ। ਭੀਮਸੈਨ ਪਾਸੋਂ ਇਸ ਤਰ੍ਹਾਂ ਸੁਣ ਕੇ ਸ਼੍ਰੀ ਕ੍ਰਿਸ਼ਨ ਜੀ ਨੇ ਕਿਹਾ, ਹੇ ਪਵਨ ਪੁੱਤਰ ਭੀਮਸੈਨ, ਤੂੰ ਮਹਾਬਲਵਾਨ ਹੈ, ਤੁਹਾਨੂੰ ਐਸਾ ਕਰਨਾ ਬਣਦਾ ਨਹੀਂ ਹੈ। ਉਤਸ਼ਾਹ ਕਰਕੇ ਮਹਾਨ ਬਲ ਲਾਓ, ਜਰਾਸੰਧ ਨੂੰ ਰਣ ਵਿੱਚ ਜਿੱਤਾਂਗੇ, ਇਸ ਤਰ੍ਹਾਂ ਮਨ ਵਿੱਚ ਨਿਸ਼ਚਾ ਕਰੋ। ਸ਼੍ਰੀ ਕ੍ਰਿਸ਼ਨ ਜੀ ਨੇ ਘਾਹ ਦਾ ਇੱਕ ਤੀਲਾ ਲੈ ਕੇ ਖੱਬੀ ਅੱਖ ਦਾ ਇਸ਼ਾਰਾ ਕੀਤਾ। ਉਸ ਤੀਲੇ ਵਿੱਚੋਂ ਚੀਰ ਕੇ 2 ਫਾੜ ਕਰ ਦਿੱਤਾ ਤੇ 1 ਤੋਂ 2 ਕਰਕੇ ਵਿਖਾ ਦਿੱਤਾ। ਭੀਮਸੈਨ ਨੂੰ ਇਸ ਤਰ੍ਹਾਂ ਸੈਨਤ ਸਮਝਾਈ। ਉਹ ਭੇਦ ਜਾਣ ਕੇ ਹਿਰਦੇ ਵਿੱਚ ਬਹੁਤ ਪ੍ਰਸੰਨ ਹੋਇਆ। ਇਹ ਜਰਾਸੰਧ 2 ਟੁਕੜੇ ਜੁੜਨ ਨਾਲ ਬਣਿਆ ਹੋਇਆ ਹੈ, ਇਸ ਤਰ੍ਹਾਂ ਤੁਸੀਂ ਰਾਜੇ ਨੂੰ ਚੀਰ ਦਿਓ। ਤਦ ਸ਼੍ਰੀ ਕ੍ਰਿਸ਼ਨ ਜੀ ਨੇ ਭੀਮਸੈਨ ਦੀ ਪਿੱਠ 'ਤੇ ਥਾਪੀ ਦਿੱਤੀ ਤੇ ਉਸ ਨੂੰ ਆਪਣਾ ਵਿਸ਼ਾਲ ਬਲ ਦੇ ਦਿੱਤਾ। ਉਸ ਦੇ ਸਰੀਰ ਦੀ ਸਾਰੀ ਥਕਾਵਟ ਦੂਰ ਕੀਤੀ। ਵੈਰੀ ਨੂੰ ਮਨ ਕਰਕੇ ਮਾਰਨਾ ਚਾਹਿਆ। ਫਿਰ ਭੀਮ ਰਾਜੇ ਦੇ ਅੱਗੇ ਜਾ ਕੇ ਖੜਾ ਹੋ ਗਿਆ। ਭਾਰੀ ਬਲਵਾਨ ਜਰਾਸੰਧ ਫਿਰ ਆਇਆ। ਬਹੁਤ ਵਿਧੀਆਂ ਨਾਲ ਆਪਸ ਵਿੱਚ ਭਿੜਦੇ ਸਨ ਤੇ ਮੁੱਕੀਆਂ ਮਾਰਦੇ ਸਨ ਤੇ ਚਿੱਤ ਵਿੱਚ ਬੜਾ ਕ੍ਰੋਧ ਧਾਰ ਕੇ ਇੱਕ ਦੂਸਰੇ ਦੇ ਅੰਗਾਂ ਨੂੰ ਫੜਦੇ ਸਨ। ਦਾਅ ਲਾ ਕੇ ਵੱਡੇ ਯੋਧੇ ਲੜ ਰਹੇ ਸਨ। ਦੋਵੇਂ ਸਰੀਰਾਂ 'ਤੇ ਕ੍ਰੋਧ ਨਾਲ ਵਾਰ ਕਰਦੇ ਸਨ। ਭੀਮ ਨੇ ਸ਼੍ਰੀ ਕ੍ਰਿਸ਼ਨ ਜੀ ਵੱਲੋਂ ਦਿੱਤਾ ਬਲ ਯਾਦ ਕਰਕੇ ਉਸ ਸਮੇਂ ਰਾਜੇ ਨੂੰ ਬਾਂਹ ਤੋਂ ਫੜ ਲਿਆ। ਭੀਮ ਨੇ ਬਲ ਕਰਕੇ ਉਸ ਨੂੰ ਇਸ ਤਰ੍ਹਾਂ ਘੁਮਾਇਆ ਜਿਵੇਂ ਘੁਮਿਆਰ ਚੱਕ ਨੂੰ ਘੁਮਾਉਂਦਾ ਹੈ। ਸਾਰੇ ਨਗਰ ਦੇ ਵੇਖਦਿਆਂ ਹੀ ਮਾਰਨ ਵਾਸਤੇ ਤੁਰੰਤ ਧਰਤੀ 'ਤੇ ਪਟਕਾ ਕੇ ਮਾਰਿਆ। ਰਾਜੇ ਦੀ ਇੱਕ ਲੱਤ ਨੂੰ ਆਪਣੀ ਲੱਤ ਥੱਲੇ ਦਬਾ ਲਿਆ ਤੇ ਦੂਸਰੀ ਲੱਤ ਨੂੰ ਚੁੱਕ ਕੇ ਉੱਪਰ ਕਰ ਲਿਆ। ਫਿਰ ਸ਼ਕਤੀ ਲਾ ਕੇ 2 ਖੰਡਾਂ ਵਿੱਚ ਚੀਰ ਕੇ ਰਾਜੇ ਦੀ ਦੇਹ ਨਾਸ਼ ਕਰ ਦਿੱਤੀ। ਤਦ ਮਹਾਨ ਵਿਕਰਾਲ ਆਵਾਜ਼ ਪ੍ਰਗਟ ਹੋਈ। 2 ਖੰਡ ਕਰਕੇ ਉਸ ਨੂੰ ਧਰਤੀ 'ਤੇ ਸੁੱਟ ਦਿੱਤਾ। ਇਸ ਤਰ੍ਹਾਂ ਸ਼੍ਰੀ ਕ੍ਰਿਸ਼ਨ ਜੀ ਦੇ ਵੈਰੀ ਨੂੰ ਮਾਰ ਦਿੱਤਾ। ਜਰਾਸੰਧ ਦਾ ਪੁੱਤਰ ਸਹਿਦੇਵ ਹੰਕਾਰ ਛੱਡ ਕੇ ਡਰ ਗਿਆ। ਆਪਣੇ ਪਿਤਾ ਜੀ ਦੇ ਸਾਰੇ ਵਜ਼ੀਰਾਂ ਨੂੰ ਬੁਲਾਇਆ। ਉਹਨਾਂ ਸਾਰਿਆਂ ਨੂੰ ਸਲਾਹ ਦਿੱਤੀ ਕਿ ਸ਼੍ਰੀ ਕ੍ਰਿਸ਼ਨ ਜੀ ਨਾਲ ਮਿਲਣਾ ਬਣਦਾ ਹੈ, ਜਿਨ੍ਹਾਂ ਦੇ ਅੱਗੇ ਰਾਜਾ ਹਾਰ ਗਿਆ ਹੈ। ਮੈਂ ਉਸ ਦਾ ਪੁੱਤਰ ਵਿਚਾਰਾ ਕੀ ਹਾਂ। ਅਨੇਕਾਂ ਰਤਨ ਤੇ ਹੋਰ ਉਪਹਾਰ ਲੈ ਕੇ ਸ਼੍ਰੀ ਕ੍ਰਿਸ਼ਨ ਜੀ ਨੂੰ ਆ ਮਿਲਿਆ ਤੇ ਚਰਨ ਕਮਲਾਂ 'ਤੇ ਬੰਦਨਾ ਕੀਤੀ। ਸ਼੍ਰੀ ਕ੍ਰਿਸ਼ਨ ਜੀ ਨੇ ਉਸ ਨੂੰ ਦਿਲਾਸਾ ਦੇ ਕੇ ਨਿਰਭੈ ਕੀਤਾ ਤੇ ਰਾਜ ਸਿੰਘਾਸਨ ਉੱਤੇ ਉਸ ਨੂੰ ਬਿਠਾ ਦਿੱਤਾ। ਫਿਰ ਉਸ ਨੂੰ ਕਿਹਾ, 1 ਸਾਲ ਪਿੱਛੋਂ ਆਓ ਤੇ ਧਰਮਰਾਜ ਦੇ ਚਰਨਾਂ 'ਤੇ ਸੀਸ ਟਿਕਾਓ। ਉਹ ਰਾਜਸੂ ਯੱਗ ਕਰਨਾ ਚਾਹੁੰਦੇ ਹਨ। ਉਹਨਾਂ ਨੇ ਰਾਜਿਆਂ ਵਾਲੇ ਧਰਮ ਨੂੰ ਦ੍ਰਿੜ ਕਰਕੇ ਧਾਰਨ ਕੀਤਾ ਹੈ। ਜਰਾਸੰਧ ਦੇ ਪੁੱਤਰ ਸਹਿਦੇਵ ਨੇ ਕਿਹਾ, ਹੇ ਪ੍ਰਭੂ ਜੀ, ਜਿਵੇਂ ਤੁਹਾਡੀ ਆਗਿਆ ਹੈ ਅਸੀਂ ਹੁਣ ਉਸ ਅਨੁਸਾਰ ਹੀ ਕਾਰਜ ਕਰਾਂਗੇ। ਰਾਜ, ਦੇਸ਼, ਧਨ, ਘਰ ਸਭ ਤੁਹਾਡਾ ਹੈ। ਤੁਹਾਡਾ ਦਿੱਤਾ ਹੀ ਅਸੀਂ ਅੰਗੀਕਾਰ ਕੀਤਾ ਹੈ। ਸ਼੍ਰੀ ਕ੍ਰਿਸ਼ਨ ਜੀ ਨੇ ਕਹਿ ਕੇ ਸਾਰੇ ਰਾਜਿਆਂ ਨੂੰ ਛੁਡਵਾਇਆ, ਜਿਹੜੇ ਸਾਰੇ ਕੈਦ ਵਿੱਚ ਪਾਏ ਸਨ। ਆਪਣੇ ਨਾਲ ਭੀਮ ਅਤੇ ਅਰਜਨ ਸੂਰਬੀਰਾਂ ਨੂੰ ਲੈ ਕੇ ਹਸਤਨਾਪੁਰ ਪਹੁੰਚ ਗਏ। ਧੀਰਜਵਾਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਸਿੱਖਾਂ ਪਾਸ ਇਹ ਕਥਾ ਕਹੀ। ਫਿਰ ਇਹਨਾਂ ਸਾਰੇ ਦੇਸ਼ਾਂ ਦਾ ਰਾਜਾ ਸਹਿਦੇਵ ਹੋ ਗਿਆ ਤੇ ਉਹ ਰਾਜਾ ਹੋ ਕੇ ਰਾਜ ਕਰਨ ਲੱਗਾ। 15 ਸਾਲ ਫਿਰ ਉਹ ਜਿਉਂਦਾ ਰਿਹਾ। ਜਦ ਕੈਰਵਾਂ ਵਿੱਚ ਫਿਰ ਵਿਰੋਧ ਵਧਿਆ ਤੇ ਕੁਰੂਕਸ਼ੇਤਰ ਵਿੱਚ ਭਾਰੀ ਸੰਗਰਾਮ ਹੋਇਆ ਤੇ ਭੂਮੀ ਦਾ ਭਾਰ ਉਤਾਰਨ ਵਾਸਤੇ ਸਭ ਦੇਸ਼ਾਂ ਦੇ ਵੱਡੇ ਰਾਜੇ ਕਾਲ ਦੇ ਪ੍ਰੇਰੇ ਹੋਏ ਇਕੱਠੇ ਹੋਏ। ਮਹਾਬਲੀ ਵੱਡੀ ਸ਼ਕਤੀ ਧਾਰਨ ਕਰਦੇ ਸਨ ਤੇ ਸ਼ਸਤਰ ਅਸਤਰ ਚਲਾਉਣ ਦੀ ਵਿੱਦਿਆ ਵਿੱਚ ਬੜੇ ਗੁਣਵਾਨ ਸਨ। ਪਾਂਡਵਾਂ ਦਾ ਧਰਮੀ ਰਾਜਾ ਯੁਧਿਸ਼ਟਰ ਸੀ ਤੇ ਕੈਰਵਾਂ ਦਾ ਰਾਜਾ ਦੁਰਯੋਧਨ ਸਜਿਆ ਹੋਇਆ ਸੀ। ਦੋਵੇਂ ਪਾਸੇ ਵੱਡੀ ਈਰਖਾ ਸੀ। ਹੰਕਾਰ ਕਰਕੇ ਹੱਠ ਨਹੀਂ ਸੀ ਛੱਡਦੇ। ਸਾਰੇ ਦੇਸ਼ਾਂ ਦੇ ਰਾਜੇ ਬੁਲਾਏ ਸਨ। ਸਾਰੇ ਆ ਕੇ ਦੋਵੇਂ ਪਾਸੇ ਹੋ ਗਏ। ਰੱਥ, ਹਾਥੀ, ਘੋੜੇ ਤੇ ਬਹੁਤ ਭਾਰੀ ਯੋਧੇ ਸਨ। ਇਕੱਠੇ ਹੋ ਕੇ ਸਾਰੇ ਰਾਜੇ ਪ੍ਰਿਥਵੀ ਉੱਤੇ ਮਿਲੇ। ਜਰਾਸੰਧ ਦਾ ਪੁੱਤਰ ਇਸ ਦੇਸ਼ ਵਿੱਚ ਰਹਿੰਦਾ ਸੀ। ਇਹ ਵੀ ਆਪਣੀ ਸਾਰੀ ਸੈਨਾ ਲੈ ਕੇ ਗਿਆ। 18 ਖੂਣੀ ਸੈਨਾ ਉੱਥੇ ਇਕੱਠੀ ਹੋਈ। ਸਾਰੀ ਸੈਨਾ ਸ਼ਸਤਰਾਂ ਸਹਿਤ, ਸ਼ਕਤੀ ਸਹਿਤ ਅਤੇ ਸ਼੍ਰੀ ਕ੍ਰਿਸ਼ਨ ਸਹਿਤ ਸੀ। ਕਾਲ ਦੀ ਕਿਰਿਆ ਐਸੀ ਪਈ ਕਿ ਸਾਰੀ ਸੈਨਾ ਆਪਸ ਵਿੱਚ ਲੜਦੀ ਹੋਈ ਮਾਰੀ ਗਈ। ਉੱਥੇ ਸਹਿਦੇਵ ਵੀ ਜਾ ਕੇ ਮਰ ਗਿਆ, ਜਿਹੜਾ ਇਸ ਦੇਸ਼ ਦਾ ਰਾਜਾ ਕਹਾਉਂਦਾ ਸੀ। ਹੋਰ ਕਿੱਥੋਂ ਤੱਕ ਗਿਣਤੀ ਕਰੀਏ। ਅਨੇਕਾਂ ਰਾਜੇ ਸਨ। ਉਹਨਾਂ ਦੀ ਗਿਣਤੀ ਅਤੇ ਨਾਂ ਕੌਣ ਉਚਾਰਨ ਕਰ ਸਕਦਾ ਹੈ। ਜਰਾਸੰਧ ਜਿਹੜਾ ਮੁਖੀ ਰਾਜਾ ਹੋਇਆ ਹੈ, ਨੇੜੇ ਦੇ ਸਮੇਂ ਭਾਵ ਦੁਆਪਰ ਵਿੱਚ, ਇਹ ਅਸੀਂ ਕਹਿ ਦਿੱਤਾ ਹੈ। ਸ਼੍ਰੀ ਗੁਜਰੀ ਜੀ ਦਾ ਭਰਾ ਭਾਈ ਕਿਰਪਾਲ ਜੀ ਤੇ ਇਸ ਤਰ੍ਹਾਂ ਹੋਰ ਜਿਹੜੇ ਸਿੱਖ ਸਨ, ਪ੍ਰਸੰਗ ਸੁਣ ਕੇ ਦਿਲ ਵਿੱਚ ਬਹੁਤ ਪ੍ਰਸੰਨ ਹੋਏ ਤੇ ਗੁਰੂ ਜੀ ਉੱਥੇ ਸਹਿ ਸੁਭਾ ਰਹਿਣ ਲੱਗੇ। ਪਟਨਾ ਨਗਰ ਜਿਹੜਾ ਬੜਾ ਖੁਸ਼ਹਾਲੀ ਨਾਲ ਵਸ ਰਿਹਾ ਸੀ ਤੇ ਧਨਵਾਨ ਲੋਕ
ਬਹੁਤ ਵਪਾਰ ਕਰ ਰਹੇ ਸਨ। ਉਹ ਆ ਕੇ ਗੁਰੂ ਜੀ ਦੇ ਸਿੱਖ ਹੋਏ। ਮਨ ਬਾਂਛਤ ਕਾਮਨਾਵਾਂ ਉਹਨਾਂ ਨੇ ਪ੍ਰਾਪਤ ਕੀਤੀਆਂ। ਕਿਸੇ ਨੂੰ ਸਤਨਾਮ ਪ੍ਰਾਪਤ ਹੁੰਦਾ ਸੀ, ਕੋਈ ਪਿਆਰੇ ਪੁੱਤਰਾਂ ਨੂੰ ਆਪਣੇ ਘਰ ਵਿੱਚ ਮੰਗਦਾ ਸੀ, ਕੋਈ ਅਰੋਗ ਧਨ ਚਾਹੁੰਦਾ ਸੀ ਅਤੇ ਕਈ ਲੱਛਮੀ ਦਾ ਵਰ ਪ੍ਰਾਪਤ ਕਰਦੇ ਸਨ। ਗੁਰੂ ਘਰ ਦੀ ਸਭ ਪ੍ਰਕਾਰ ਸੇਵਾ ਕਰਦੇ ਸਨ। ਦਿਨ ਰਾਤ ਪ੍ਰੀਤ ਨਾਲ ਸੇਵਾ ਕਰੀ ਜਾਂਦੇ ਸਨ। ਪਟਨੇ ਨਗਰ ਵਿੱਚ ਇਸ ਪ੍ਰਕਾਰ ਕਈ ਦਿਨ ਉਦਾਰਚਿਤ ਗੁਰੂ ਜੀ ਉੱਥੇ ਵਸਦੇ ਰਹੇ। ਜਿਨ੍ਹਾਂ ਦੇ ਵੱਡੇ ਭਾਗ ਜਾਗਦੇ ਹਨ, ਉਹ ਨੇੜੇ ਹੋ ਕੇ ਗੁਰੂ ਜੀ ਦੇ ਚਰਨ ਕਮਲਾਂ ਦੀ ਸੇਵਾ ਕਰਦੇ ਹਨ। ਉਹਨਾਂ ਦੇ ਜਨਮ ਮਰਨ ਦੇ ਬੰਧਨ ਕੱਟੇ ਜਾਂਦੇ ਹਨ ਅਤੇ ਗੁਰੂ ਜੀ ਦੀ ਕਿਰਪਾ ਨਾਲ ਉਹ ਮੁਕਤ ਹੋ ਜਾਂਦੇ ਹਨ। ਸੋ ਸਾਧ ਸੰਗਤ ਜੀ, ਇੱਥੇ 11ਵੀਂ ਰਾਸ ਦਾ 61ਵਾਂ ਅਧਿਆਇ ਸਮਾਪਤ ਹੁੰਦਾ ਹੈ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।